ਮੇਰੀ ਧੀ ਦਾ ਬਹੁਤ ਬੁਰਾ ਹਾਲ ਸੀ। ਮੇਰੀ ਧੀ ਦੀ ਅੱਖ ਚ ਹੋ ਗਈ, ਕੰਨ सारा ही पिघल गया वा मेरी धी। तेजाब फेंका, जिधर मैं लेटी थी वो सोफा सारा पिघल गया, वो सराहना भी पिघल गया और जो टेबल रखा था वो भी पिघल गया। ये नई नवेली दुल्हन है, इनको जो है अपने शोहर ने तेजाब गर्दी का निशाना बनाया है। ਖਰਚੇ ਤੋਂ ਲੜਦਾ ਸੀ ਰੋਜ਼ ਹੀ, ਖਰਚੇ ਤੋਂ ਸ਼ੱਕ, ਪਿਓ ਤੇ ਸ਼ੱਕ, ਮੇਰੇ ਤੇ ਸ਼ੱਕ ਕਿ ਕਿਉਂ ਉਹਨਾਂ ਦੇ ਕੋਲ ਤੋਂ ਬੈਣੀ, ਕਿਉਂ ਉਹਨਾਂ ਨੂੰ ਫੋਨ ਕਰਦੀ, ਹਰ ਟਾਈਮ ਲੜਾਈ ਸੀ ਉਹਦੀ। ਕੁਰਾਨ ਤੇ ਹੱਥ ਰੱਖ ਕੇ ਸਾਡੇ ਨਾਲ ਵਾਅਦਾ ਕੀਤਾ ਕਿ ਇਸ ਤੋਂ ਬਾਅਦ ਇਹਨੂੰ ਦੁੱਖ ਨਹੀਂ ਕੋਈ ਵੀ ਦਵਾਂਗਾ। ਸਵੇਰ 6 ਵਜੇ ਮੇਰੀ ਧੀ ਸੜੀ ਚੀਕਾਂ ਮਾਰਦੀ ਮੇਰੇ ਆਲੂ ਆ ਗਈ। ਮੇਰੀ ਧੀ ਭੱਜ ਕੇ ਜਦੋਂ ਮੇਰੇ ਘਰ ਲੱਗੀ ਨਾ, ਉਹ ਸੀੜੀਆਂ ਉਤਰਿਆ, ਮੈਂ ਉਹਨੂੰ ਆਵਾਜ਼ ਵੀ ਦਿੱਤੀ, ਉਹਨੇ ਮੇਰੀ ਆਵਾਜ਼ ਨਹੀਂ ਸੁਣੀ। ਮੇਰੀ ਧੀ ਮੇਰੇ ਗੱਲ ਨਾਲ ਲੱਗੀ, ਜਦੋਂ ਆ ਕੇ ਮੇਰੇ ਆਪਣੇ ਕੱਪੜੇ ਸੜੇ, ਮੈਂ ਆਪਣੀ ਧੀ ਨੂੰ ਪਰੇ ਕਰਕੇ ਮੂੰਹ ਤੋਂ ਚਾਦਰ ਲਾ ਕੇ ਦੇਖਿਆ, ਮੇਰੀ ਧੀ ਦਾ ਹੋਂਠ ਲਮਕਿਆ ਪਿਆ, ਸਾਰਾ ਪਾਸਾ ਹੀ ਲਮ। ਮੈਂ ਅੱਲਾ ਸੋਹਣੇ ਦੇ ਅੱਗੇ ਦੁਆ ਕਰਦੀ ਕਿਸੇ ਧੀ ਨਾਲ ਏਦਾਂ ਨਾ ਹੋਵੇ ਜੋ ਮੇਰੀ ਧੀ ਹੋਵੇ। बिस्मिल्लाहिर्रहमानिर्रहीम। पाकिस्तान समेत दुनिया भर में देखने और सुनने वालों को अस्सलाम वालेकुम। मेरा नाम ज़ैन इम्तियाज़ है और आप देख रहे हैं डेली पॉइंट। नाज़रीन, इंतहाई अफसोसनाक और दिल खराश वाक़या है मेरे साथ। जो ये बच्ची आप देख रहे हैं, ये नई नवेली दुल्हन है। ये फैमिली समुंदरी का इलाका है जहाँ से इनका ताल्लुक़ है और इनको जो है अपने शोहर ने तेजाब गर्दी का निशाना बनाया है। तेजाब फेंकने के बाद इनके हाथों की जो मेहंदी है, अभी उसका रंग नहीं उतरा था, बल्कि उसके ऊपर तेजाब फेंक कर जो है उसको नई आजमाइश से दो चार कर दिया है। ये सारा वाक़या हुआ क्या है, मेरे साथ ये बच्ची की वालिदा मौजूद है। इनसे पहले बात करते हैं और फिर उसके बाद तमाम तरह हक़ाइक़ आपको बताएंगे कि इसके पीछे क्या राज पोशीदा थे, क्या गुफ्तगू हुई, जिससे शादी करवाई गई, वो शख्स कौन था। वालिदा उनकी हमारे साथ मौजूद हैं बच्ची की, इनसे बात करते हैं। अस्सलाम वालेकुम जी। वालेकुम सलाम। माँ जी, सबसे पहले ये बताइएगा, ये जिसके साथ बच्ची की शादी हुई थी, ये शख्स कौन था, ये वाक़या कैसे पेश आया? ਜੀ ਇਹਦਾ ਨਾਮ ਖਾਦਮ ਸੀ ਤੇ ਜਿੱਧਰ ਮੈਂ ਕੰਮ ਕਰਦੀ ਸੀ ਨਾ, ਉਹਨਾਂ ਦੀਆਂ ਗੱਡੀਆਂ ਮਤਲਬ ਕਿ ਉਹਨਾਂ ਨੂੰ ਸਵਾਰੀ ਤੇ ਲੈ ਕੇ ਜਾਂਦਾ ਹੁੰਦਾ ਸੀ, ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਸੀ ਉਹਨਾਂ ਦੇ ਨੂੰ। ਤੇ ਮੈਂ ਉਧਰ ਹੀ ਨੂੰ ਟੱਕਰੀ ਸੀ, ਉਧਰ ਹੀ ਮਤਲਬ ਕਿ ਉਹਨਾਂ ਨੇ ਬਾਜੀ ਹੁਣਾਂ ਨੇ ਕਿਹਾ ਕਿ ਚਲੋ ਉਹਦੀ ਪਹਿਲੇ ਉਹਨੂੰ ਸੱਟ ਲੱਗੀ ਹੋਈ ਆ, ਉਹਦੀ ਤਲਾਕ ਹੋ ਗਈ ਆ, ਹੁਣ ਉਹ ਤੇਰੀ ਧੀ ਨੂੰ ਖੁਸ਼ ਰੱਖੂ, ਤੂੰ ਇੰਨੇ ਜੋਗੀ ਨਹੀਂ ਹੈਗੀ ਕਿ ਤੂੰ ਧੂਮ ਧਾਮ ਨਾਲ ਕਿਸੇ ਤਗੜੇ ਘਰ ਨਾਲ ਮੱਥਾ ਲਾਏ, ਤੇ ਤੂੰ ਕਰ ਲੈ, ਤੇਰੀ ਧੀ ਨੂੰ ਖੁਸ਼ ਰੱਖੂਗਾ। ਤੇ ਮੈਂ ਵੀ ਇਹ ਕੰਮ ਕਰ ਲਿਆ ਕਿ ਚਲੋ ਮੇਰੀ ਧੀ ਨੂੰ ਖੁਸ਼ ਰੱਖੂ। ਉਹਨਾਂ ਦੇ ਵਾਲਦੈਨ ਨੂੰ ਮਿਲੀ ਆ, ਉਹ ਮੁੰਡੇ ਦੇ ਨੂੰ, ਉਹ ਵੀ ਬਹੁਤ ਅੱਛੇ ਨਿਕਲੇ। लड़का क्या करता था? ਗੱਡੀ ਚਲਾਉਂਦਾ ਸੀ, ਗੱਡੀ। अच्छा, ਹਾਂਜੀ, ਗੱਡੀ ਕਿਸੇ ਦੀ ਚਲਾਉਂਦਾ ਸੀ। कब शादी कब हुई? ਇਹ ਪਹਿਲੇ ਮਹੀਨੇ 'ਚ ਸ਼ਾਦੀ ਹੋਈ ਹੈ ਜੀ। ਹਾਂਜੀ, ਤੇ 8ਵੇਂ ਮਹੀਨੇ ਉਹਨੇ ਆਹ ਕੰਮ ਕਰ ਦਿੱਤਾ। क्या हुआ क्या था ये जब बच्ची आपके घर थी? जब ਹਾਂਜੀ, ਲੜਾਈਆਂ ਝਗੜੇ ਇਹਨਾਂ ਦੇ ਹੁੰਦੇ ਸੀ ਖਰਚੇ ਤੋਂ ਲੜਦਾ ਸੀ ਰੋਜ਼ ਹੀ, ਖਰਚੇ ਤੋਂ ਸ਼ੱਕ, ਪਿਓ ਤੇ ਸ਼ੱਕ, ਮੇਰੇ ਤੇ ਸ਼ੱਕ ਕਿ ਕਿਉਂ ਉਹਨਾਂ ਦੇ ਕੋਲ ਤੋਂ ਬੈਣੀ, ਕਿਉਂ ਉਹਨਾਂ ਨੂੰ ਫੋਨ ਕਰਦੀ, ਹਰ ਟਾਈਮ ਲੜਾਈ ਸੀ ਉਹਦੀ, ਹਰ ਟਾਈਮ। ਤੇ ਮੈਂ ਇਹ ਗੱਲ ਕਹਿਤੀ ਕਿ ਮੈਂ ਕਿਹਾ ਨਹੀਂ, ਹੁਣ ਸਾਡੇ ਵੱਸੋਂ ਬਾਹਰ ਆ, ਹਏ ਬੱਚਾ ਨਹੀਂ ਹੋਇਆ ਤੇ ਤੂੰ ਆਹ ਕੁਛ ਕਰਨ ਦਿਆ, ਬੱਚਾ ਹੋ ਗਿਆ, ਮੈਂ ਆਪਣੇ ਪਾਲੂ ਕਿ ਤੇਰੇ ਪਾਲੂੰਗੀ, ਤੇ ਮੈਂ ਤਲਾਕ ਲੈਣੀ ਆ। ਜਦੋਂ घर आया उन्हें तेजाब सटने से? ਹਾਂਜੀ, ਜਦੋਂ ਘਰ ਆਇਆ ਉਸ ਤੋਂ ਪਹਿਲੇ ਦੀ ਗੱਲ ਆ, ਲੜਾਈਆਂ ਪੜਾਈਆਂ। ਅਸੀਂ ਤਲਾਕ ਦਾ ਕਹਿ ਕੇ ਘਰ ਲੈ ਆਈ ਹਾਂ ਮੈਂ ਕੁੜੀ ਨੂੰ, ਉਹ ਮੇਰੇ ਕੋਲ ਆ ਕੁੜੀ। ਮੁੜ ਕੇ 1 ਮਹੀਨੇ ਤੋਂ ਬਾਅਦ ਆਇਆ ਵਾ ਮੇਰੇ ਜੇਠ ਨੂੰ ਆਪਣੇ ਵਾਲਦੈਨ ਨੂੰ ਲੈ ਕੇ ਸੁਲ੍ਹਾ ਕਰਨ ਲਈ ਇਹ ਸਾਰਿਆਂ ਨੇ ਕਿਹਾ ਵਾ ਕਿ ਚਲੋ ਇੱਕ ਮੌਕਾ ਦੇ ਦੇ, ਧੀਆਂ ਵਸਦੀਆਂ ਹੀ ਚੰਗੀਆਂ ਲੱਗਦੀਆਂ, ਧੀਆਂ ਦੀਆਂ ਤਲਾਕਾਂ ਨਹੀਂ ਲਈਆਂ ਜਾਂਦੀਆਂ। ਮੈਂ ਇਸ ਤੋਂ ਉਹਨਾਂ ਨੂੰ ਇੱਕ ਮੌਕਾ, ਉਹਨੇ ਕੁਰਾਨ ਤੇ ਹੱਥ ਰੱਖ ਕੇ ਸਾਡੇ ਨਾਲ ਵਾਅਦਾ ਕੀਤਾ ਕਿ ਇਸ ਤੋਂ ਬਾਅਦ ਇਹਨੂੰ ਦੁੱਖ ਨਹੀਂ ਕੋਈ ਵੀ ਦਵਾਂਗਾ, ਮੈਂ ਇਹਦੀ ਹਰ ਜ਼ਰੂਰਤ ਪੂਰੀ ਕਰੂੰਗਾ। ਮੈਨੂੰ 2 ਮਹੀਨੇ ਦਾ ਟਾਈਮ ਦਿਓ ਕਿ ਮੈਂ 2 ਮਹੀਨਿਆਂ ਬਾਅਦ ਆਪਣਾ ਵੱਖਰਾ ਮਕਾਨ ਲੈ ਕੇ ਇਹਨੂੰ ਰੱਖ ਲੂੰ, ਤੇ ਤੁਸੀਂ ਇਹ ਜੀ ਆਪਣੇ ਕੋਲ ਰੱਖੋ, ਤੁਹਾਡੇ ਕੋਲ ਜਿੰਨਾ ਚਿਕਰ ਰਹੂ ਉਹਨਾਂ ਚਿਕਰ ਮੈਂ ਅੱਧਾ ਮਕਾਨ ਦਾ ਕਿਰਾਇਆ ਬਿੱਲ ਵੀ ਦਊਂਗਾ। ਇਹ ਗੱਲ ਕਰਕੇ ਰਾਤ ਉਹਨੇ ਵਾਅਦਾ ਕੀਤਾ, ਸਾਰੇ ਆਪੋ ਆਪਣੇ ਘਰ ਹੀ ਚਲੇ ਗਏ ਆ। ਤੇ ਸਵੇਰ 6 ਵਜੇ ਮੇਰੀ ਧੀ ਸੜੀ ਚੀਕਾਂ ਮਾਰਦੀ ਮੇਰੇ ਆਲੂ ਆ ਗਈ। ਮੇਰੀ ਧੀ ਭੱਜ ਕੇ ਜਦੋਂ ਮੇਰੇ ਘਰ ਲੱਗੀ ਨਾ, ਉਹ ਸੀੜੀਆਂ ਉਤਰਿਆ, ਮੈਂ ਉਹਨੂੰ ਆਵਾਜ਼ ਵੀ ਦਿੱਤੀ, ਉਹਨੇ ਮੇਰੀ ਆਵਾਜ਼ ਨਹੀਂ ਸੁਣੀ। ਮੇਰੀ ਧੀ ਮੇਰੇ ਗੱਲ ਨਾਲ ਲੱਗੀ, ਜਦੋਂ ਆ ਕੇ ਮੇਰੇ ਆਪਣੇ ਕੱਪੜੇ ਸੜੇ, ਮੈਂ ਆਪਣੀ ਧੀ ਨੂੰ ਪਰੇ ਕਰਕੇ ਮੂੰਹ ਤੋਂ ਚਾਦਰ ਲਾ ਕੇ ਦੇਖਿਆ, ਮੇਰੀ ਧੀ ਦਾ ਹੋਂਠ ਲਮਕਿਆ ਪਿਆ, ਸਾਰਾ ਪਾਸਾ ਹੀ ਲਮ। ਮੇਰੀ ਧੀ ਦਾ ਬਹੁਤ ਬੁਰਾ ਹਾਲ ਸੀ। ਮੇਰੀ ਧੀ ਦੀ ਅੱਖ ਚ ਹੋ ਗਈ, ਕੰਨ ਸਾਰਾ ਹੀ ਪਿਘਲ ਗਿਆ ਵਾ ਮੇਰੀ ਧੀ ਦਾ। ਮੈਂ ਅੱਲਾ ਸੋਹਣੇ ਦੇ ਅੱਗੇ ਦੁਆ ਕਰਦੀ ਕਿਸੇ ਧੀ ਨਾਲ ਏਦਾਂ ਨਾ ਹੋਵੇ ਜੋ ਮੇਰੀ ਧੀ ਹੋਵੇ।
ਰੱਬ ਸਾਰਿਆਂ ਦੀਆਂ ਧੀਆਂ ਨੂੰ ਆਪਣੇ ਜ਼ਬਾਨ 'ਚ ਰੱਖੇ, ਏਦਾਂ ਦੇ ਜ਼ਾਲਮਾਂ ਦੇ ਨਾ ਪੱਤੇ ਲਾਵੇ। ਬਸ ਮੇਰੀ ਇਹੀ ਤੁਹਾਡੇ ਪੁੱਤ ਅੱਗੇ ਬਿਨਤੀ ਆ, ਇल्तिजा वा। वो जब तेजाब फेंक कर चला गया, हाँ जी, बेटी आपके पास आई, हाँ जी। उस वक्त फिर महल्लेदारों ने या वो ਹਾਂਜੀ ਅਸੀਂ ਨੀਚੇ ਲੈ ਕੇ ਭੱਜੇ ਆ ਤੇ ਇਹਨੂੰ ਲੈ ਕੇ ਗਏ ਆ, ਡਿੱਗਦੀ ਢੱਠਦੀ ਡਿੱਗੀ ਜਾਂਦੀ ਸੀ ਕਿਉਂਕਿ ਤਕਲੀਫ ਬਹੁਤ ਜ਼ਿਆਦਾ ਸੀ ਉਸ ਟਾਈਮ ਮੈਨੂੰ। ਤੇ ਮਹੱਲੇ ਵਾਲਿਆਂ ਨੇ ਦੇਖ ਕੇ ਸਾਰੇ ਪਹਿਲੇ ਤਾਂ ਕਿੰਨੀ ਦੇਰ ਖਲੋਤੇ ਹੀ ਰਹਿ ਗਏ, ਸਾਰੇ ਜਿਹੜੇ ਖੜੇ ਸੀ ਬਾਹਰ ਉਹ ਕਿੰਨੀ ਦੇਰ ਇਦਾਂ ਬੋਤੀ ਬਣ ਕੇ ਖਲੋਤੇ ਹੀ ਰਹੇ। ਫਿਰ महल्लेदार ਹਾਂਜੀ खड़े रहे। ਖੜੇ ਰਹੇ, ਦੇਖਦੇ ਰਹੇ, ਪਰੇਸ਼ਾਨ ਹੋ ਗਏ, ਗੁੰਮਸੁੰਮੀ ਹੋ ਗਏ ਕਿ ਬੱਚੀ ਨਾਲ ਕੀ ਬਣਿਆ, ਕਿ ਕੱਲ ਬੱਚੀ ਚੰਗੀ ਭਲੀ ਸੀ, ਅੱਜ ਇਹਦੇ ਨਾਲ ਕੀ ਬਣ ਗਿਆ, ਬੋਤੀ ਬਣ ਗਏ ਸਾਰੇ। ਮੁੜ ਕੇ ਉਸ ਤੋਂ ਬਾਅਦ ਇੱਕ ਦੁਕਾਨ ਵਾਲੇ ਨੇ ਫਟਾਫਟ ਰਕਸ਼ੇ ਵਾਲੇ ਨੂੰ ਸੱਦਿਆ, ਉਹ ਰਕਸ਼ੇ ਤੇ ਸਾਨੂੰ ਬਿਠਾਇਆ, ਸਾਨੂੰ ਹਸਪਤਾਲ ਭੇਜਤਾ। ਮਗਰ ਉਹਨਾਂ ਨੇ 15 ਤੇ ਮਹੱਲੇ ਵਾਲਿਆਂ ਨੇ ਕਾਲ ਕੀਤੀ ਤੇ ਫਿਰ ਸਾਨੂੰ ਮਹੱਲੇ ਵਾਲੇ ਸਾਡੇ ਪਿੱਛੇ ਪਹੁੰਚੇ। ਮੈਨੂੰ ਨਹੀਂ ਸੀ ਪਤਾ ਮੇਰੇ ਕੱਪੜੇ ਜਲ ਗਏ ਹੋਏ ਆ। ਜਦੋਂ ਮਹੱਲੇ ਵਾਲੇ ਪਿੱਛੇ ਹਸਪਤਾਲ ਪਹੁੰਚੇ ਨਾ, ਉਹਨਾਂ ਨੇ ਦੇਖਿਆ ਕਿ ਕੱਪੜੇ ਜਲ ਗਏ, ਫਿਰ ਉਹਨਾਂ ਨੇ ਆਪਣੀ ਬੀਵੀ ਦੀ ਚਾਦਰ ਮੈਨੂੰ ਦਿੱਤੀ। ਉਹ ਕ੍ਰਿਸਚਨ ਸੀ ਕੁੜੀ, ਜਿਹਨੇ ਮੈਨੂੰ ਆਪਣੀ ਚਾਦਰ ਦਿੱਤੀ। ਉਹਨੇ ਕਿਹਾ ਬਾਜੀ ਆਪਣਾ ਦੁਪੱਟਾ ਲੈ ਲਾ, ਤੇਰਾ ਸਾਰਾ ਸੀਨਾ ਨੰਗਾ। ਮੈਨੂੰ ਨਹੀਂ ਸੀ, ਮੈਂ ਸਿਰਫ ਆਪਣੀ ਧੀ ਨੂੰ ਦੇਖੀ ਜਾਂਦੀ ਸੀ ਕਿ ਮੇਰੀ ਧੀ ਨਾਲ ਕੀ ਬਣ ਗਿਆ, ਮੇਰੀ ਧੀ ਨਾਲ ਕੀ ਬਣ ਗਿਆ। टाइम याद है जब डोली में बिठा के बच्ची को रुखसत किया, अब पछतावा होता है अपने उस ਬਹੁਤ ਜ਼ਿਆਦਾ ਪਛਤਾਵਾ ਉਸ ਟਾਈਮ ਨੂੰ ਹੋਣ ਡਿਆ। ਉਸ ਟਾਈਮ ਨੂੰ ਮੈਂ ਦੁਬਾਰਾ ਮੋੜ ਕੇ ਸਹੀ ਨਹੀਂ ਕਰ ਸਕਦੀ, ਪਰ ਮੈਂ ਉਹਨਾਂ ਮਾਂ ਪਿਓ ਦੇ ਅੱਗੇ ਜ਼ਰੂਰ ਹੱਥ ਜੋੜ ਕੇ ਕਹਿ ਸਕਦੀ ਹਾਂ ਕਿ ਆਪਣੀਆਂ ਧੀਆਂ ਦੇ ਰਿਸ਼ਤੇ ਇੱਦਾਂ ਨਾ ਕਰਿਓ, ਜਿੱਦਾਂ ਮੈਂ ਕੀਤਾ ਸੀ ਇੱਦਾਂ ਨਾ ਕਰਿਓ। मरियम नवाज़, वो भी ज़ाहिर सी बात है, मरियम नवाज़ साहिबा वज़ीर आला पंजाब हैं, ख़ातून हैं, और उन्होंने बताया था कि ख़ातून जो हैं रेड लाइन है मेरी, कोई भी इन पर तशद्दुद करेगा, खुदा न खास्ता जुल्म करेगा तो मैं उसको कैफ़े किरदार तक पहुँचाऊँगा। ਜੇਕਰ ਉਹਨਾਂ ਨੇ ਇਹ ਗੱਲ ਕਹੀ ਆ ਤੇ 2.5 ਮਹੀਨੇ ਹੋ ਗਏ ਆ, ਫਿਰ ਮੇਰੀ ਧੀ ਨੂੰ ਇਨਸਾਫ ਕਿਉਂ ਨਹੀਂ ਮਿਲਿਆ, ਮੇਰੀ ਧੀ ਦਾ ਇਲਾਜ ਕਿਉਂ ਨਹੀਂ ਹੋਇਆ। ਉਸ ਵਕਤ ਸਾਡੇ ਕੋਲ ਇੰਨੀ ਦੁਨੀਆ ਆਈ ਆ, ਕਿਸੇ ਨੇ ਸਾਡਾ 1 ਰੁਪਏ ਦੀ ਇਮਦਾਦ ਨਹੀਂ ਕੀਤੀ, ਕਿਸੇ ਨੇ ਇਹ ਨਹੀਂ ਕਿਹਾ ਕਿ ਇੱਕ ਟਾਈਮ ਦੀ ਤੁਸੀਂ ਆਹ ਦਵਾਈ ਕੁੜੀ ਦੀ ਲੈ ਲਓ, ਕਿਸੇ ਨੇ ਇਹ ਨਹੀਂ ਕਿਹਾ ਕਿ ਉਹਨੂੰ ਅਸੀਂ ਸਜ਼ਾ ਦਿੱਤੀ ਆ, ਦੇਖੋ ਉਹਨੂੰ ਸਰੇਆਮ ਖਿਲਾਰ ਕੇ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਆ ਜਾਂ ਉੱਤੇ ਤੇਜ਼ਾਬ ਪਾ ਦਿੱਤਾ। मुलजिम किधर? ਮੁਲਜ਼ਮ ਪਕੜਿਆ ਹੋਇਆ ਜੇਲ੍ਹ 'ਚ, ਪਰ ਸਾਨੂੰ ਨਹੀਂ ਪਤਾ ਕਿਹੜੀ ਜੇਲ੍ਹ 'ਚ ਆ, ਕਿੱਥੇ ਆ, ਕਿਹੜੇ ਅਦਾਲਤ 'ਚ ਸਾਡਾ ਕੇਸ ਲੱਗਾ ਵਾ ਜਾਂ कुछ भी नहीं पता। ਸਾਨੂੰ ਕੋਈ ਨਹੀਂ ਪਤਾ, ਕਿਉਂਕਿ ਵਕੀਲ ਪੁੱਤ ਸਾਡੇ ਕੋਲ ਹੋਊਗਾ ਤੇ ਸਾਡਾ ਪਤਾ ਕਰਕੇ ਸਾਨੂੰ ਦੱਸੂ। ਮੇਰੇ 'ਚ ਗੁੰਜਾਇਸ਼ ਨਹੀਂ ਵਕੀਲ ਕਰਨ ਦੀ, ਮੈਂ ਇਸ ਲਈ ਅੱਜ ਤੁਹਾਡੇ ਕੋਲ ਆਈ ਹਾਂ کہ میری مدد کی جائے۔ नाज़रीन, एक तरफ गुर्बत और दूसरी तरफ ये तशद्दुद ज़दा चेहरा, ये ऐसी बात है, इट्स सो डिफ़िकल्ट फॉर मी कि मैं इनसे कोई सवाल करूं। मुझे ये बताइएगा कि जब उसने तेज़ाब फेंका आप पर, आपसे कोई बात कर रहा था, कोई जुमला बोल रहा था? जी वो कह रहा था कि मैं आपको आज़ाद करने लगा हूँ और खुश हो जाना। मेरा भाई कहता है कि तू कत्ल शुत्ल कर, कोई डकैती कर, हम तेरे पीछे आएंगे, हमने सुलह करने नहीं जाना। तो उसने मुझे बोला, मैंने कहा ना उन लोगों को बोले कि मुझसे आन के बात करो, सुलह उससे करो। तो कहता चलो ठीक है, आज मैं आपको आज़ाद करने लगा हूँ। मैं कहा चलो ठीक है, आप कर दो आज़ाद, जैसे आपको अच्छा लगता है। तो तेज़ाब बोतल में था क्या, कैसे था? बोतल में था, मैंने चादर ली हुई थी चेहरे पर, तो मुझे पता ही नहीं था। तो मैंने इतनी बात बोली, उसने मेरे ऊपर तेज़ाब फेंक दिया। तेज़ाब फेंका, जिधर मैं लेटी थी वो सोफ़ा सारा पिघल गया, वो सराहना भी पिघल गया, और जो टेबल रखा था वो भी पिघल गया। और मैं भागती बाहर आई हूँ चीखें मारती, और वो नीचे भाग गया। मेरी अम्मा उठी है, मैंने अपनी अम्मा को सीने से लगाया है, मेरी अम्मा के सारे कपड़े जल गए, और मेरी आफ़ी मुझे उचार रही थी तो उनके हाथ जल गए सबके। मेरे साथ लड़की के वालिद साहब भी मौजूद हैं। अस्सलाम वालेकुम जी। बेटी को इस तकलीफ में देखकर ਬਹੁਤ ਵੱਡਾ ਜ਼ੁਲਮ ਹੋਇਆ ਜੀ। ਮੈਂ ਦਿਹਾੜੀਦਾਰ ਬੰਦਾ, ਮੈਂ ਮੋਹਰੇ ਦਾ ਮਸਲਾ ਮੈਨੂੰ ਹੋਇਆ, ਮੈਂ ਇਹਦਾ ਇਲਾਜ ਨਹੀਂ ਕਰਾ ਸਕਦਾ। ਬਸ ਇਹੀ ਮੇਰੀ ਸਾਨੂੰ ਇਨਸਾਫ ਚਾਹੀਦਾ। ਬਸ बेटी को देखकर दुख हो, तकलीफ, ਬਹੁਤ ਦੁੱਖ ਹੁੰਦਾ, ਇਹ ਵੇਖੀ ਜਾਂਦੀ। बड़ी नाजू से बाप और बेटी का बड़ा
ਉਹ ਤੇ ਮਾਰ ਕੇ ਸੁੱਟ ਗਏ ਸੀ ਆਪਣੇ ਵੱਲੋਂ ਰੱਬ ਨੇ ਰੱਖਿਆ ਇਹਨੂੰ। नाज़रीन, ये फैमिली की गुफ्तगू आपने मुलाहिज़ा किया है कि सिर्फ एक ही मुतालबा किया जा रहा है कि इनको इंसाफ दिया जाए। माँ जी, बच्ची के चेहरे को ज़ाहिर सी बात है दोबारा अगर उसी तरह यानी कि कोई प्लास्टिक सर्जरी ये सारी चीज़ें हो जाती हैं, आपने इलाज का पता करवाया? ਹਾਂਜੀ, ਅਸੀਂ ਉੱਥੇ ਲੈਟ 'ਚ ਹੀ ਸੀ ਤੇ ਉੱਥੇ ਸਾਨੂੰ ਕਿਸੇ ਨੇ ਆਖਿਆ ਸੀ ਕਿ ਜੇ ਤੁਸੀਂ ਲਾਹੌਰ ਹੀ ਹੋਣਾ ਇਹ ਹੁਣ ਬਾਕੀ ਦਾ ਇਹਨਾਂ ਨੇ ਜਿੰਨਾ ਕੁ ਕਰਨਾ ਸੀ ਕਰਤਾ, ਤੇ ਲਾਹੌਰੋਂ ਜਿਹੜਾ ਜੇ ਤੁਸੀਂ ਆਇਆ ਨੱਕ ਦਾ ਜਿਹੜਾ ਇੰਨਾ ਹਿੱਸਾ ਜਲ ਗਿਆ, ਅੱਖ ਦਾ, ਕੰਨ ਦਾ, ਤੇ ਇੰਨੇ ਕੁ ਦੀ ਕਹਿੰਦਾ 15 ਕੁ ਲੱਖ ਰੁਪਇਆ ਲੱਗਣਾ ਤੁਹਾਡਾ। 15 ਲੱਖ? ਹਾਂਜੀ, ਫੰਡ ਦੇ ਉੱਤੇ ਲੱਗਣਾ ਵਾ, ਉਹ ਵੀ ਜੇ ਤੁਸੀਂ ਫੰਡ ਦਾ ਪਹਿਲੇ ਦਰਖਾਸਤ ਦਿਓ ਕਿ ਅਸੀਂ ਫੰਡ ਤੇ ਇਲਾਜ ਕਰਵਾਉਣਾ, ਫਿਰ ਜੇ ਅਗਰ ਤੁਸੀਂ ਉੱਦਾਂ ਕਹੋ ਤੇ 50 ਲੱਖ ਰੁਪਇਆ। घर में कमाता कौन? ਜੀ ਮੈਂ ਕਮਾਉਂਦੀ ਹਾਂ, 3 ਘਰਾਂ ਦਾ ਕੰਮ ਕਰਦੀ ਹਾਂ, ਉਹ ਮੰਡੀ ਚੋਂ ਨੀਚੇ ਦਾਣੇ ਦੂਣੇ ਹੂੰਜ ਕੇ ਲੈ ਆਉਂਦੇ 400-500 ਰੁਪਇਆ, ਉਹ ਵੀ ਕਿਸੇ ਵਕਤ ਲਾ ਵੀ ਖਾਂਦੇ ਕਿਸੇ ਵਕਤ ਨਹੀਂ। 50 ਲੱਖ ਰੁਪਇਆ ਕਿੱਥੋਂ ਇਕੱਠਾ ਕਰੋ? ਇਹ ਮੈਂ ਤੁਹਾਡੇ ਕਿ ਮੇਰੀ ਧੀ ਦਾ ਬਸ ਮੈਂ ਇੰਨੇ ਜੋਗੀ ਨਹੀਂ ਹੈਗੇ, ਮੇਰੀ ਧੀ ਦਾ ਇਲਾਜ ਕਰਾ ਦਿਓ। मरियम नवाज साहिबा से कोई मुतालबा करना चाह रही हैं कि आपको ਤਾਲਬਾ ਕਿ ਉਹਨੂੰ ਸਜ਼ਾ ਦਿੱਤੀ ਜਾਏ, ਉਹਨੂੰ ਵੀ ਇਦਾਂ ਹੀ ਪਤਾ ਲੱਗੇ ਜਿੱਦਾਂ ਮੇਰੀ ਧੀ ਤੜਫੀ ਆ। ਮੇਰੀਆਂ ਅੱਖਾਂ ਦੇ ਸਾਹਮਣੇ ਰੋਜ਼ ਦੀ ਰੋਜ਼ ਪੱਟੀ ਦੇ ਨਾਲ ਉਹਦਾ ਮਾਸ ਲੱਥਦਾ ਸੀ, ਰੋਜ਼ ਦੀ ਰੋਜ਼ ਜਦੋਂ ਪੱਟੀ ਉਤਾਰਦੇ ਸੀ ਉਦੋਂ ਨਹੀਂ ਹਿੱਸਾ ਉਹਨਾਂ ਲੱਥ ਜਾਂਦਾ ਸੀ। ਇੱਦਾਂ ਹੀ ਉਸ ਇਨਸਾਨ ਨਾ ਹੋਵੇ, ਇੱਦਾਂ ਹੀ ਉਸ ਇਨਸਾਨ ਨਾ ਹੋਵੇ। नाज़रीन, ये देख सकते हैं कि ये वो माँ है जो बेबसी और लाचारी की तस्वीर बनी पड़ी है और इंसाफ का मुतालबा किया जा रहा है। और सिर्फ बातें दो हैं कि वज़ीर आला पंजाब मोहतरमा मरियम नवाज़ साहिबा ने बताया था और कहा था कि औरत मेरी रेड लाइन है, अगर औरत इनकी रेड लाइन है तो 2.5 माह से ये समंदरी की एक बेटी जो है जिसको तेज़ाब गर्दी का निशाना बनाया था, ये उनकी नज़र से वाक़या क्यों नहीं गुज़रा? अगर नहीं गुज़रा तो अब एक्शन लिया जाए। इसके जिन्होंने तेज़ाब गर्दी की है उन मुजरिमान को जो है वो कैफ़रे किरदार तक पहुंचाया जाए और इस बच्ची का इलाज करवाया जाए ताकि ये दोबारा अपनी ज़िंदगी को उसी तरह से गुजार सके। अपनी कीमती राय कमेंट सेक्शन में ज़रूर बताइएगा। आपसे दोबारा मुलाकात होगी अगली वीडियो में। अल्लाह निगहबान।